ਦੂਜੀ ਭਉ ਲਖ ਹੋਏ ਲਖ ਹੋਵੈ ਲਖ ਵੀਸ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਇੱਕ ਦੂਜੀ ਭਉ, ਇੱਕ ਜ਼ਬਾਨ ਤੋਂ ਲੱਖਾਂ ਜ਼ਬਾਨਾਂ ਹੋ ਜਾਣ। ਇੱਕ ਦੂਜੀ ਭਉ ਲੱਖ ਹੋਵੇ, ਇੱਕ ਜ਼ਬਾਨ ਤੋਂ ਲੱਖਾਂ ਜ਼ਬਾਨਾਂ ਹੋ ਜਾਣ, ਲੱਖਾਂ ਜੀਭਾਂ ਹੋ ਜਾਣ। ਲੱਖ ਹੋਵੇ ਲੱਖ ਵੀਸ, ਤੇ ਲੱਖ ਜ਼ਬਾਨ ਤੋਂ 20 ਲੱਖ ਜ਼ਬਾਨਾਂ ਹੋ ਜਾਣ ਇਨਸਾਨ ਦੀਆਂ। ਹਾਂਜੀ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਫਿਰ 20 ਲੱਖ ਜ਼ਬਾਨਾਂ ਦੇ ਨਾਲ ਲੱਖ ਲੱਖ ਵਾਰੀ ਗੇੜਾ ਬਾਰ-ਬਾਰ ਪਰਮੇਸ਼ਰ ਦੇ ਨਾਮ ਨੂੰ ਆਖਣਾ ਕਰੀਏ। ਅਣਗਿਣਤ ਵਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਗੇੜਾ ਜੀ ਨਾਲ ਦਿੰਦੇ ਰਹੀਏ। ਭਾਵ ਹਰ ਵੇਲੇ ਜ਼ਬਾਨਾਂ 20 ਲੱਖ ਜ਼ਬਾਨਾਂ ਚੱਲਦੀਆਂ ਹੀ ਰਹਿਣ, ਰੱਬ ਦਾ ਨਾਮ ਜਪਦੀਆਂ ਰਹਿਣ। ਏਕ ਨਾਮ ਜਗਦੀਸ਼, ਜੋ ਜਗਤ ਦਾ ਈਸ਼ਵਰ ਹੈ ਉਹਦਾ ਇੱਕੋ ਨਾਮ ਜਪੀ ਹੀ ਜਾਣ। ਏਤ ਰਾਹੇ ਪਤ ਪਵੜੀਆ ਚੜੀਏ ਹੋਏ 21। ਏਤ ਰਾਹ, ਇਸ ਰਾਹ, ਇਸ ਰਸਤੇ ਦੁਆਰਾ ਪਤ ਪਵੜੀਆਂ, ਇੱਜ਼ਤ ਦੀਆਂ ਪੌੜੀਆਂ ਤੇ ਚੜੀਦਾ ਹੈ। ਚੜੀਏ ਹੋਏ 21, ਤੇ ਜਦੋਂ ਚੜ ਜਾਏ ਕੋਈ ਇਸ ਪ੍ਰਕਾਰ ਭਗਤੀ ਕਰੀ ਜਾਏ, ਭਾਵਨਾ ਬਣ ਜਾਏ ਇਸ ਤਰ੍ਹਾਂ ਬਹੁਤੀ ਭਗਤੀ ਕਰਨ ਦੀ। ਜਦੋਂ ਗੁਰੂ ਦਾ ਸਿੱਖ ਨਾਮ ਜਪਦਾ, ਬਾਣੀ ਦਾ ਅਭਿਆਸ ਕਰਦਾ ਹੈ, ਤੇ ਫਿਰ ਉਹਦੇ ਸੱਚਮੁੱਚ ਜਿੰਨੇ ਵੀ ਰੋਮ ਹਨ ਸਰੀਰ ਦੇ, ਉਹ ਜ਼ਬਾਨਾਂ ਬਣ ਜਾਂਦੀਆਂ। ਜਿੰਨੇ ਵੀ ਕੇਸ ਹਨ ਉਹ ਸਭ ਜ਼ਬਾਨਾਂ ਬਣ, ਸਾਰਿਆਂ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਗੁਰਮੰਤਰ ਦੀ ਆਵਾਜ਼ਾਂ ਆਉਂਦੀਆਂ ਹਨ। ਜਿਹੜੇ ਨਾਮ ਅਭਿਆਸੀ ਹੋਏ ਹਨ ਉਹਨਾਂ ਦੇ ਕੋਲੋਂ ਸੱਚਮੁੱਚ ਇਸ ਪ੍ਰਕਾਰ ਦੇ ਜੋ ਗੁਰਮੁਖਾਂ ਨੂੰ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ ਹਨ। ਇੱਕ ਵਾਰੀ ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਪਿੰਡਾਂ ਵਾਲੇ ਮਹਾਂਪੁਰਖ, ਵੱਡੇ ਮਹਾਂਪੁਰਖ, ਉਹਨਾਂ ਦੇ ਕੋਲ ਕਿਸੇ ਨੇ ਬੇਨਤੀ ਕੀਤੀ। ਸਿੰਘਾਂ ਨੇ ਜੀ, ਮਹਾਰਾਜ ਬਾਣੀ ਵਿੱਚ ਬਚਨ ਹੁੰਦਾ ਹੈ ਕਿ ਜਿੰਨੀ ਵੀ ਸ੍ਰਿਸ਼ਟੀ ਹੈ ਸਭ ਪਰਮੇਸ਼ਰ ਦਾ ਨਾਮ ਧਿਆਉਂਦੀ, ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਮਹਾਰਾਜ ਸੰਤ ਜੀ, ਸਾਨੂੰ ਵੀ ਕੋਈ ਇਸ ਬਾਰੇ ਕੋਈ ਝਲਕਾਰਾ ਦੱਸੋ, ਸਾਨੂੰ ਵੀ ਜੋ ਇਸ ਬਾਰੇ ਸ਼ਰਧਾ ਭਾਵਨਾ ਹੋਵੇ ਕਿ ਅਸੀਂ ਵੀ ਨਾਮ ਵੱਧ ਤੋਂ ਵੱਧ ਜਪ ਸਕੀਏ। ਮਹਾਂਪੁਰਖ ਸੰਤ ਜੀ, ਸੰਤ ਗਿਆਨੀ ਸੁੰਦਰ ਸਿੰਘ ਜੀ ਉਸ ਸਮੇਂ ਪਿੰਡਰਾ ਸਥਾਨ ਵਿਖੇ ਰਹਿੰਦੇ ਸਨ। ਤਾਂ ਮਹਾਂਪੁਰਖਾਂ ਨੇ ਸਿੰਘਾਂ ਨੂੰ ਆਖਿਆ ਕਿ ਸਿੰਘੋ 5 ਇਸ਼ਨਾਨਾਂ ਕਰਕੇ ਜੋ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੈ ਉੱਥੇ ਆ ਜਾਓ। ਗੁਰੂ ਕੇ ਸਿੰਘ ਆ ਗਏ ਤਾਂ ਮਹਾਂਪੁਰਖਾਂ ਨੇ ਆਖਿਆ ਵੀ ਜਿਹੜੀ ਕੰਧ ਹੈ ਇਹ ਸ੍ਰੀ ਦਰਬਾਰ ਸਾਹਿਬ ਦੀ, ਇਹਨੂੰ ਕੰਨ ਲਾ ਕੇ ਸੁਣੋ ਧਿਆਨ ਨਾਲ। ਜਦੋਂ ਕੰਨ ਲਾ ਕੇ ਸੁਣਿਆ ਤੇ ਵਿੱਚੋਂ ਗੁਰਮੰਤਰ ਦੀਆਂ ਆਵਾਜ਼ਾਂ ਸੁਣਾਈ ਦੇਣ, ਵਾਹਿਗੁਰੂ ਵਾਹਿਗੁਰੂ ਕੰਧਾਂ ਵਿੱਚੋਂ ਵੀ ਸੁਣਾਈ ਦੇ। ਫਿਰ ਕਹਿਣ ਲੱਗੇ ਹੁਣ ਉੱਦਾਂ ਸੁਣੋ, ਤਾਂ ਉਹਨਾਂ ਨੂੰ ਹਰ ਥਾਂ ਤੋਂ ਵਾਹਿਗੁਰੂ ਮੰਤਰ ਦੀਆਂ ਆਵਾਜ਼ਾਂ ਸੁਣਾਈ ਦੇਣ। ਕਹਿਣ ਲੱਗੇ ਮਹਾਂਪੁਰਖੋ ਇਹ ਅਵਸਥਾ ਸਦਾ ਲਈ ਬਖਸ਼ ਦਿਓ, ਸਦਾ ਸਦਾ ਹੀ ਅਸੀਂ ਇਸ ਪ੍ਰਕਾਰ ਹੀ ਪਰਮੇਸ਼ਰ ਦਾ ਨਾਮ ਸੁਣਦੇ ਰਹੀਏ ਤੇ ਜਪਦੇ ਰਹੀਏ। ਤਾਂ ਮਹਾਂਪੁਰਖ ਕਹਿਣ ਲੱਗੇ ਕਿ ਇਹ ਤਾਂ ਜਿਵੇਂ ਛੋਟੇ ਬੱਚੇ ਨੂੰ, ਜਦੋਂ ਬੱਚਾ ਛੋਟਾ ਹੁੰਦਾ ਬਾਪ ਨੂੰ ਜਦੋਂ ਮੇਲਾ ਦਿਖਾਉਣ ਖੜਦਾ ਤੇ ਬੱਚੇ ਨੂੰ ਕੁਝ ਦਿਸਦਾ ਨਹੀਂ, ਇਸ ਵਾਸਤੇ ਮੋਢੇ ਤੇ ਚੁੱਕ ਕੇ ਮੇਲਾ ਵਿਖਾਉਂਦਾ ਹੈ। ਜਦੋਂ ਬੱਚਾ ਵੱਡਾ ਹੋ ਜਾਂਦਾ ਫਿਰ ਉਹ ਆਪੇ ਹੀ ਮੇਲਾ ਵੇਖਦਾ ਹੈ, ਆਪ ਹੀ ਉਹ ਘੁੰਮ ਫਿਰ ਲੈਂਦਾ ਹੈ। ਇਹ ਛੋਟੇ ਜਿਹੇ ਬੱਚੇ ਵਾਸਤੇ ਇਹ ਕੰਮ ਪਿਤਾ ਕਰਦਾ ਵੀ ਇਹ ਵੇਖ ਲਵੇ ਦੁਨੀਆ ਨੂੰ। ਮਹਾਂਪੁਰਖ ਕਹਿਣ ਲੱਗੇ ਕਮਾਈ ਆਪਣੀ ਕਰਨੀ ਪੈਣੀ, ਆਪ ਭਗਤੀ ਕਰਨੀ ਪੈਣੀ ਹੈ, ਨਹੀਂ ਤਾਂ ਕੋਈ ਭਗਤੀ ਨਹੀਂ ਕਰੇਗਾ। ਸਾਰੇ ਆਣ ਕੇ ਆਖਣਗੇ ਵੀ ਮਹਾਂਪੁਰਖੋ ਕਿਰਪਾ ਕਰ ਦਿਓ, ਸਾਡੇ ਕਿਵਾੜ ਖੁੱਲ ਜਾਣ, ਸਾਡਾ ਗੁਰਮੰਤਰ ਚੱਲ ਪਵੇ। ਇਹ ਤੁਹਾਨੂੰ ਇੱਕ ਝਲਕਾਰਾ ਦੱਸਿਆ ਹੈ, ਇਹ ਤੁਹਾਨੂੰ ਸੈਰ ਕਰਾਈ ਵੀ ਇੱਦਾਂ ਹੋ ਸਕਦਾ ਹੈ, ਗੁਰਮੰਤਰ ਸੁਣਾਈ ਦੇ ਸਕਦਾ ਹੈ। ਅਭਿਆਸ ਕਰੋਗੇ ਤਾਂ ਅਭਿਆਸ ਦੀ ਬਹੁਤ ਜ਼ਰੂਰਤ ਹੈ। ਤਾਂ ਕਹਿਣ ਲੱਗੇ ਵੀ ਹੁਣ ਅੱਗੇ ਕਮਾਈ ਕਰੋ, ਬਾਣੀ ਪੜ੍ਹੋ, ਸਿਮਰਨ ਕਰੋ ਤੇ ਆਪੇ ਅਵਸਥਾ ਪ੍ਰਾਪਤ ਹੋ ਜਾਏਗੀ। ਇਸ ਤਰ੍ਹਾਂ ਲੱਖਾਂ ਵਾਰੀ 20 ਲੱਖ ਜ਼ਬਾਨਾਂ ਨਾਲ, ਭਾਵ ਰੋਮ ਰੋਮ ਨਾਲ ਵਾਹਿਗੁਰੂ ਦੇ ਨਾਮ ਦਾ ਗੇੜਾ ਆਖਣਾ ਕਰੀਏ। ਫਿਰ ਏਕ ਰਾਹ ਹੈ, ਇਸ ਰਸਤੇ ਦੇ ਚੱਲਦੇ ਰਹੀਏ। ਬਾਣੀ ਨਾਲ ਪ੍ਰੇਮ ਬਣ ਜਾਏ, ਨਾਮ ਨਾਲ ਗੁਰਮੰਤਰ ਨਾਲ ਪ੍ਰੇਮ ਬਣ ਜਾਏ। ਦੁਨੀਆ ਦੀ ਚੁਗਲੀ ਨਿੰਦਿਆ ਜਦੋਂ ਚੰਗੀ ਨਾ ਲੱਗੇ, ਜਦੋਂ ਦੁਨੀਆ ਦੇ ਬੋਲ ਕਬੋਲ ਜਿਹੜੇ ਹਨ ਉਹਨਾਂ ਨੂੰ ਮਨ ਨਾ ਮਹਿਸੂਸ ਕਰੇ, ਫਿਰ ਪਤ ਪਵੜੀਆਂ, ਫਿਰ ਇਹ ਇੱਜ਼ਤ ਦੀਆਂ ਪੌੜੀਆਂ ਤੇ ਇਨਸਾਨ ਚੜ੍ਹਨਾ ਸ਼ੁਰੂ ਕਰਦਾ ਹੈ। ਜਦੋਂ ਚੜ੍ਹ ਜਾਂਦਾ, ਚੜ੍ਹਿਆ ਹੋਏ 21, ਇੱਕ ਈਸ਼ਵਰ ਦਾ ਰੂਪ ਹੀ ਬਣ ਜਾਂਦਾ ਹੈ। ਇੱਕ ਈਸ਼ਵਰ ਦਾ ਰੂਪ ਬਣ ਜਾਂਦਾ ਹੈ ਜੇ ਇਸ ਤਰ੍ਹਾਂ ਨਾਮ ਜਪਦਾ ਰਹੇ, ਬਾਣੀ ਪੜ੍ਹਦਾ ਰਹੇ। ਦਰਜਾ ਬਦਰਜਾ, ਪੌੜੀ ਦਰ ਪੌੜੀ, ਹੌਲੀ ਹੌਲੀ ਅਵਸਥਾ ਬਣਦੀ ਹੈ। ਇੱਕਦਮ ਕੋਈ ਬ੍ਰਹਮ ਗਿਆਨੀ ਨਹੀਂ ਬਣਦਾ। ਹੌਲੀ ਹੌਲੀ ਅਭਿਆਸ ਕਰਕੇ, ਸੰਗਤ 'ਚ ਆਣ ਕੇ, ਨਾਮ ਜਪ ਕੇ, ਬਾਣੀ ਪੜ੍ਹ ਕੇ ਇੱਕ ਈਸ਼ਵਰ ਦਾ ਰੂਪ ਹੀ ਬਣ ਜਾਂਦਾ ਹੈ।
ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਹਾਂਜੀ, ਹੁਣ ਇਹ ਗੱਲਾਂ ਨੇ ਮਹਾਂਪੁਰਖਾਂ ਦੀਆਂ, ਆਕਾਸ਼ ਵਰਗੇ ਵੱਡੇ ਜਿਗਰੇ ਵਾਲਿਆਂ ਦੀਆਂ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉੱਪਰ ਆਕਾਸ਼। ਜਿਵੇਂ ਬ੍ਰਹਮ ਗਿਆਨੀਆਂ ਦਾ ਜਿਹੜਾ ਹਿਰਦਾ ਨਾ ਬੜਾ ਵਿਸ਼ਾਲ ਹੁੰਦਾ ਹੈ, ਉਹ ਕਿਸੇ ਨੂੰ ਕੁਝ ਵੰਡਣ ਲੱਗਿਆਂ ਕੰਜੂਸੀ ਨਹੀਂ ਕਰਦੇ, ਹਰ ਇੱਕ ਨੂੰ ਰੱਬ ਦੇ ਨਾਮ ਨਾਲ ਜੋੜਦੇ ਹਨ। ਇਸ ਤਰ੍ਹਾਂ ਦੀਆਂ ਮਹਾਂਪੁਰਖਾਂ ਦੀਆਂ ਗੱਲਾਂ ਸੁਣ ਕੇ ਵੀ ਲੱਖਾਂ ਜ਼ਬਾਨਾਂ ਹੋ ਜਾਣ, ਲੱਖਾਂ ਵਾਰੀ ਨਾਮ ਜਪਾਂ। ਇਹ ਗੱਲਾਂ ਸੁਣ ਕੇ ਕੀਟਾ ਆਈ, ਜਿਹੜੇ ਕੀੜੇ ਨੇ ਨਾ ਉਹਨਾਂ ਨੂੰ ਵੀ ਰੀਸ ਆ ਗਈ। ਜਿਹੜੇ ਨਿੰਦਕ, ਚੁਗਲੀ, ਨਿੰਦਿਆ ਕਰਨ ਵਾਲੇ, ਬੁਰੇ ਕਰਮ ਕਰਨ ਵਾਲੇ ਲੋਕ, ਉਹਨਾਂ ਨੇ ਵੀ ਆਖਿਆ ਵੀ ਅਸੀਂ ਵੀ ਇਹਨਾਂ ਦੀ ਰੀਸ ਕਰੀਏ, ਅਸੀਂ ਵੀ ਇਹਨਾਂ ਵਾਂਗ ਦੁਨੀਆ ਕੋਲੋਂ ਆਪਣੀ ਪੂਜਾ ਕਰਾਈਏ। ਮਹਾਂਪੁਰਖਾਂ ਦੀ ਪੂਜਾ ਤੇ ਰੱਬ ਦੀ ਪੂਜਾ ਕਰਕੇ ਹੁੰਦੀ ਹੈ। ਰੱਬ ਦੀ, ਮਹਾਤਮਾ ਦੀ ਪੂਜਾ ਜਿਹੜੀ ਲੋਕ ਰੱਬ ਦੀ ਪੂਜਾ ਸਮਝ ਕੇ ਕਰਦੇ ਹਨ, ਕਿਉਂਕਿ ਉਹ ਰੱਬ ਨੂੰ ਧਿਆਉਂਦੇ ਨੇ, ਜਪਦੇ ਨੇ ਦਿਨ ਰਾਤ। ਤੇ ਜਿਹੜੇ ਆਮ ਜੀਵ ਹਨ ਉਹਨਾਂ ਨੂੰ ਫਿਰ ਰੀਸ ਆਉਂਦੀ, ਉਹ ਰੀਸ ਕਰਦੇ ਨੇ ਕਿ ਅਸੀਂ ਰੱਬ ਦੇ ਪਿਆਰਿਆਂ ਦੀ ਰੀਸ ਕਰੀਏ। ਰੀਸ ਕਰਨੀ ਚਾਹੀਦੀ ਹੈ, ਕਿਉਂਕਿ ਰੀਸ ਕੀਤਿਆਂ ਹੀ ਤਾਂ ਕੋਈ ਗੱਲ ਬਣਦੀ ਹੈ। ਪਰ ਰੀਸ ਕਰਨੀ ਚਾਹੀਦੀ ਅੰਦਰੋਂ, ਅੰਤਰਾਤਮਾ ਦੀ, ਬਾਹਰੀ ਰੀਸ ਨਹੀਂ ਕਰਨੀ ਚਾਹੀਦੀ ਵੀ ਫਲਾਣਾ ਮਹਾਂਪੁਰਖ ਉਹਨੇ ਜੋ ਹੈ ਗਲ ਦੇ ਵਿੱਚ ਮਾਲਾ ਪਾਈ ਤੇ ਮੈਂ ਵੀ ਮਾਲਾ ਪਾ ਲਵਾਂ, ਫਲਾਣੇ ਮਹਾਂਪੁਰਖ ਨੇ ਇਸ ਤਰ੍ਹਾਂ ਚੇਲੇ ਰੱਖੇ ਨੇ ਮੈਂ ਵੀ 4 ਚੇਲੇ ਰੱਖ ਲਵਾਂ, ਫਲਾਣੇ ਮਹਾਂਪੁਰਖ ਇਸ ਤਰ੍ਹਾਂ ਨਾਮ ਜਪਦੇ ਨੇ ਮੈਂ ਵੀ ਉਸੇ ਤਰ੍ਹਾਂ। ਇਹ ਰੀਸ ਕਰਨ ਨਾਲ ਖੇਡ ਨਹੀਂ ਬਣਦੀ। ਜੇ ਰੀਸ ਕਰਨੀ ਹੈ ਤੇ ਜੇ ਕਿਸੇ ਮਹਾਤਮਾ ਦੀ, ਕਿਸੇ ਗੁਰਸਿੱਖ ਦੀ ਕਮਾਈ ਦਿਸਦੀ ਹੈ ਵੀ ਉਹ ਅੰਮ੍ਰਿਤ ਵੇਲੇ ਉੱਠਦਾ ਨਾਮ ਜਪਦਾ, ਇਹ ਰੀਸ ਕਰੋ। ਗੁਰੂ ਦਾ ਸਿੱਖ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ, ਇਹ ਰੀਸ ਕਰੋ। ਇਸੇ ਪ੍ਰਕਾਰ ਮਹਾਤਮਾ, ਰੱਬ ਦਾ ਪਿਆਰਾ, ਕਿਸੇ ਬਾਰੇ ਬੁਰਾ ਬੋਲਦਾ ਨਹੀਂ, ਕਿਸੇ ਬਾਰੇ ਬੁਰਾ ਸੁਣਦਾ ਨਹੀਂ, ਇਹ ਰੀਸ ਕਰੀਏ ਤਾਂ ਰੱਬ ਦੀ ਕਿਰਪਾ ਹੁੰਦੀ ਹੈ। ਇਹ ਰੀਸ ਕਰਦਿਆਂ ਹੋਇਆਂ ਇੱਕ ਦਿਨ ਮਹਾਂਪੁਰਖ ਹੀ ਬਣ ਜਾਂਦਾ ਹੈ। ਜੇ ਬਾਹਰੀ ਰੀਸ ਕਰਨ ਲੱਗੇ, ਲਿਬਾਸ ਦੀ ਰੀਸ, ਭੇਦ ਦੀ ਰੀਸ, ਤੇ ਫਿਰ ਗੱਲ ਨਹੀਂ ਬਣਦੀ। ਮਹਾਰਾਜ ਕਹਿੰਦੇ ਕੀੜਿਆਂ ਨੂੰ ਵੀ ਰੀਸ ਆ ਗਈ। ਜਿਵੇਂ ਆਕਾਸ਼ ਦੇ ਵਿੱਚ ਉੱਡਣ ਵਾਲੇ ਪੰਛੀਆਂ ਦੀ ਗੱਲ ਸੁਣ ਕੇ ਤੇ ਕਿਤੇ ਕੀੜੀ ਆਖੇ ਵੀ ਮੈਂ ਵੀ ਆਕਾਸ਼ ਦੀਆਂ ਉਡਾਰੀਆਂ ਲਾਵਾਂ, ਤੇ ਉਹ ਨਹੀਂ ਉੱਡ ਸਕਦੀ। ਇਸੇ ਪ੍ਰਕਾਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਪੰਛੀਆਂ ਵਾਂਗ ਵਾਹਿਗੁਰੂ ਰੂਪੀ ਆਕਾਸ਼ ਵਿੱਚ ਉਡਾਰੀਆਂ ਲਾਉਂਦੇ ਹਨ। ਉਹਨਾਂ ਦੀ ਆਤਮਿਕ ਅਵਸਥਾ, ਆਤਮਾ ਉੱਚੇ ਮੰਡਲਾਂ ਵਿੱਚ ਘੁੰਮਦੀ ਹੈ, ਅਧਿਆਤਮਿਕ ਮੰਡਲਾਂ ਵਿੱਚ। ਤੇ ਉਹਨਾਂ ਦੀ ਰੀਸ ਕਰਨ ਵਾਲੇ ਜਿਹੜੇ ਫਿਰ ਨਿੰਦਕ, ਦੁਸ਼ਟ ਹੁੰਦੇ ਨੇ, ਉਹ ਫਿਰ ਰੀਸ ਕਰਦੇ ਨੇ। ਜੇ ਰੀਸ ਨਾ ਹੋਵੇ, ਰੀਸ ਤੇ ਹੋਣੀ ਕੋਈ ਨਹੀਂ, ਤੇ ਫਿਰ ਉਹ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਨ। ਮਹਾਰਾਜ ਕਹਿੰਦੇ ਕੀੜਿਆਂ ਨੂੰ ਵੀ ਰੀਸ ਆ ਗਈ। ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਰ ਇਹ ਜਿਹੜੀ ਬਖਸ਼ਿਸ਼ ਹੈ ਤਾਂ ਨਜ਼ਰ ਨਾਲ ਮਿਲਦੀ ਹੈ ਨਾ, ਪਰਮੇਸ਼ਰ ਦੀ ਮਿਹਰ ਭਰੀ ਨਜ਼ਰ ਨਾਲ ਇਹ ਬਖਸ਼ਿਸ਼ ਹੁੰਦੀ ਹੈ ਨਾਮ ਜਪਣ ਦੀ, ਵਾਹਿਗੁਰੂ ਨਾਲ ਇੱਕ ਮਿਕ ਹੋਣ ਦੀ। ਕੂੜਾ ਕੂੜੀ ਠੀਸ, ਜਿਹੜੇ ਝੂਠੇ ਮਨੁੱਖ ਹਨ ਉਹਨਾਂ ਦੀ ਝੂਠੀ ਠੀਸ, ਉਹਨਾਂ ਦੀਆਂ ਝੂਠੀਆਂ ਗੱਪਾਂ ਹੀ ਹਨ, ਝੂਠੀਆਂ ਗੱਲਾਂ ਹਨ। ਐਵੇਂ ਹੀ ਉਹ ਗੱਪਾਂ ਮਾਰਦੇ ਰਹਿੰਦੇ ਨੇ ਵੀ ਅਸੀਂ ਵੀ ਬੜੇ ਬ੍ਰਹਮ ਗਿਆਨੀ ਹਾਂ, ਅਸੀਂ ਨਾਮ ਰਸੀਏ ਹਾਂ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇ ਨਾ ਜੋਰ। ਵਾਹਿਗੁਰੂ ਪਰਮੇਸ਼ਰ ਦੀ ਜੋ ਸ਼ਕਤੀ ਹੈ ਉਹਦੇ ਤੋਂ ਵਧੇਕ ਮਨੁੱਖ ਕੁਛ ਨਹੀਂ ਕਰ ਸਕਦਾ। ਮਨੁੱਖ ਵਿੱਚ ਇਹ ਜ਼ੋਰ ਨਹੀਂ ਕਿ ਮਨੁੱਖ ਕੁਛ ਆਖ ਸਕੇ। ਜੇ ਅਸੀਂ ਬੋਲਦੇ ਹਾਂ ਤੇ ਇਹ ਵੀ ਵਾਹਿਗੁਰੂ ਨੇ ਸਾਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ ਤਾਂ ਬੋਲਦੇ ਹਾਂ। ਪਸ਼ੂਆਂ ਕੋਲ ਵੀ ਆਵਾਜ਼ ਹੈ ਪਰ ਉਹ ਮਨੁੱਖ ਵਾਂਗ ਬੋਲ ਨਹੀਂ ਸਕਦੇ, ਅਲਫਾਜ਼ ਉਹਨਾਂ ਕੋਲ ਨਹੀਂ ਨੇ। ਮਨੁੱਖ ਨੂੰ ਜੇ ਅਲਫਾਜ਼ ਦਿੱਤੇ ਨੇ ਤਾਂ ਵਾਹਿਗੁਰੂ ਪਰਮੇਸ਼ਰ ਨੇ ਦਿੱਤੇ ਨੇ। ਬੱਚਾ ਕਈ ਵਾਰ ਚੰਗਾ ਭਲਾ ਹੁੰਦਾ ਹੈ, ਜ਼ਬਾਨ ਵੀ ਹੁੰਦੀ ਪਰ ਉਹ ਬੋਲ ਨਹੀਂ ਸਕਦਾ, ਕਿਉਂਕਿ ਉਹਨੂੰ ਵਾਹਿਗੁਰੂ ਨੇ ਆਖਣ ਦੀ ਜ਼ੋਰ ਨਹੀਂ ਦਿੱਤਾ, ਸ਼ਕਤੀ ਨਹੀਂ ਦਿੱਤੀ ਹੈ। ਆਖਣ ਜ਼ੋਰ, ਜੇ ਅਸੀਂ ਬੋਲ ਰਹੇ ਹਾਂ ਤੇ ਵਾਹਿਗੁਰੂ ਨੇ ਸਾਨੂੰ ਸ਼ਕਤੀ ਦਿੱਤੀ ਬੋਲਣ ਦੀ, ਉਹਦੀ ਸ਼ਕਤੀ ਹੈ। ਤੇਰਾ ਜ਼ੋਰ, ਜਿਵੇਂ ਦਸ਼ਮੇਸ਼ ਪਿਤਾ ਜੀ ਆਖਦੇ ਹਨ। ਚੁੱਪੈਨ ਹੈ ਜ਼ੋਰ। ਤੇ ਜੇ ਮਨੁੱਖ ਆਖੇ ਵੀ ਮੈਂ ਚੁੱਪ ਕਰ ਜਾਵਾਂ, ਮੇਰਾ ਮਨ ਚੁੱਪ ਕਰ ਜਾਏ, ਇਕਾਂਤ ਹੋ ਜਾਏ, ਤੇ ਇਹ ਵੀ ਮਨੁੱਖ ਦੇ ਕੋਲ ਜ਼ੋਰ ਨਹੀਂ ਕਿ ਕੋਈ ਇਕਾਂਤ ਵਿੱਚ ਰਹਿਣਾ ਸਿੱਖ ਸਕੇ, ਕੋਈ ਚੁੱਪ ਕਰ ਜਾਏ, ਕਿਸੇ ਦਾ ਮਨ ਚੁੱਪੈ ਚੁੱਪ ਨਾ ਹੋਵੇ ਕਿ ਲਾਏ ਰਹਾਂਗੇ ਉਤਾਰ। ਮਨੁੱਖ ਕਿੰਨੀ ਵੀ ਕੋਸ਼ਿਸ਼ ਕਰੇ ਮੈਂ ਚੁੱਪ ਹੋ ਜਾਵਾਂ, ਮੇਰੇ ਮਨ ਦੇ ਫੁਰਨੇ ਮੁੱਕ ਜਾਣ, ਮੇਰਾ ਮਨ ਚੁੱਪ ਹੋ ਜਾਏ। ਜ਼ੁਬਾਨ ਤਾਂ ਚੁੱਪ ਧੱਕੇ ਨਾਲ ਭਾਵੇਂ ਕਰ ਹੀ ਲਏ ਮਨੁੱਖ, ਪਰ ਅੰਦਰੋਂ ਫੁਰਨੇ ਨਹੀਂ ਬੰਦੇ ਦੇ ਮੁੱਕਦੇ, ਅੰਦਰੋਂ ਨਹੀਂ, ਮਨ ਨਹੀਂ ਚੁੱਪ ਕਰਦਾ। ਇਸ ਵਾਸਤੇ ਚੁੱਪ ਹੋਣ ਲਈ ਵੀ ਸਾਧਨਾ ਦੀ, ਨਾਮ ਦੀ, ਬਾਣੀ ਦੀ ਜ਼ਰੂਰਤ ਹੈ। ਜਿਹੜਾ ਬਾਣੀ ਸਿਮਰਨ ਦਾ ਅਭਿਆਸ ਕਰੇਗਾ ਉਹਦਾ ਮਨ ਚੁੱਪ ਹੋਏਗਾ, ਹੌਲੀ ਹੌਲੀ ਸਹਿਜੇ ਸਹਿਜੇ ਦੇ ਵਿਚਾਰ ਜਿਹੜੇ ਨੇ ਦੱਬ ਜਾਣਗੇ, ਚੰਗੇ ਵਿਚਾਰ ਪੈਦਾ ਹੋ ਜਾਣਗੇ। ਨਹੀਂ ਤਾਂ ਚੁੱਪ ਹੋਣ ਦਾ ਵੀ ਮਨੁੱਖ ਵਿੱਚ ਜ਼ੋਰ ਨਹੀਂ ਹੈ।
ਜੋਰ ਨਾ ਮੰਗਣ ਦੇਣਾ ਜੋਰ। ਹਾਂ, ਵਾਹਿਗੁਰੂ ਦੇ ਕੋਲੋਂ ਮੰਗ ਵੀ ਕੋਈ ਜ਼ੋਰ ਨਾਲ ਨਹੀਂ ਸਕਦਾ। ਕੋਈ ਆਖੇ ਕਿ ਇਹ ਰੱਬ ਮੈਨੂੰ ਆਹ ਚੀਜ਼ ਦੇ ਗੁਰੂ ਦੇ ਕੋਲੋਂ ਆਣ ਕੇ ਧੱਕੇ ਨਾਲ ਕੋਈ ਆਖੇ ਜ਼ੋਰ ਨਾਲ ਮੈਂ ਤੇਰੇ ਕੋਲ ਮੰਗਣਾ ਹੈ, ਨਹੀਂ ਮੰਗ ਸਕੇਗਾ। ਜ਼ੋਰ ਨਾਲ ਕੀ ਮੰਗ ਸਕੇਗਾ? ਨਹੀਂ ਕੁਛ ਮੰਗ ਸਕਦਾ। ਦੇਣ ਨਾ ਜ਼ੋਰ, ਤੇ ਕੋਈ ਆਖੇ ਵੀ ਮੈਂ ਰੱਬ ਨੂੰ ਜਾਂ ਗੁਰੂ ਨੂੰ ਧੱਕੇ ਨਾਲ ਦੇਣਾ, ਤੇ ਕੋਈ ਨਹੀਂ ਦੇ ਸਕੇਗਾ। ਗੁਰੂ ਨੂੰ ਆਣ ਕੇ ਕੋਈ ਆਖੇ ਵੀ ਮੈਂ ਇੰਨੇ ਲੱਖ ਤੈਨੂੰ ਭੇਟਾ ਕਰਦਾ ਹਾਂ, ਗੁਰੂ ਪ੍ਰਵਾਨ ਥੋੜਾ ਕਰਨ ਲੱਗਾ ਵੀ ਠੀਕ ਆ, ਉਹਦੇ ਨਾਂ ਦੀ ਪਲੇਟ ਲੱਗ ਜਾਏਗੀ, ਉਹਦਾ ਨਾਮ ਲਿਖਿਆ ਜਾਏਗਾ, ਇਸੇ ਤਰ੍ਹਾਂ ਦੁਨੀਆ ਵਿੱਚ ਵਾਹ ਵਾਹ ਹੋ ਜਾਏਗੀ, ਫਲਾਣੇ ਬੰਦੇ ਨੇ ਇੰਨੇ ਲੱਖ ਦੇ ਦਿੱਤੇ ਨੇ, ਦੁਨੀਆ ਉਹਦੀ ਸ਼ੋਭਾ ਕਰੇਗੀ, ਆਪ ਨੂੰ ਵੀ ਸੰਤੁਸ਼ਟੀ ਜੀ ਹੋ ਜਾਏ ਵੀ ਮੈਂ ਇੰਨਾ ਦਾਨ ਪੁੰਨ ਕਰ ਲਿਆ ਹੈ। ਪਰ ਗੁਰੂ ਨੂੰ ਪ੍ਰਵਾਨ ਨਹੀਂ ਹੋ ਸਕਦਾ। ਗੁਰੂ ਨੂੰ ਪ੍ਰਵਾਨ ਤਾਂ ਹੋਣਾ ਜਿਹੜਾ ਸ਼ਰਧਾ ਭਾਵਨਾ ਨਾਲ ਉਹਦੀ ਵਸਤੂ ਜਾਣ ਕੇ ਹੀ ਉਹਦੇ ਅੱਗੇ ਰੱਖੇ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ ਵਾਲੀ ਗੱਲ ਅਪਣਾਉਂਦੇ ਤਾਂ। ਨਹੀਂ ਤਾਂ ਦੇਣ ਨਾ ਜੋਰ, ਕੁਛ ਵੀ ਮਨੁੱਖ ਕੋਈ ਵੀ ਵਸਤੂ ਭੇਟਾ ਗੁਰੂ ਨੂੰ ਪਰਮੇਸ਼ਰ ਨੂੰ ਜ਼ੋਰ ਨਾਲ ਨਹੀਂ ਦੇ ਸਕਦਾ। ਜੋਰ ਨਾ ਜੀਵਨ ਮਰਨ ਨਹਿ ਜੋਰ। ਮਨੁੱਖ ਦੇ ਵਿੱਚ ਸ਼ਕਤੀ ਨਹੀਂ ਕਿ ਜੀ ਸਕੇ। ਜੇ ਇਹ ਸ਼ਕਤੀ ਹੁੰਦੀ ਤਾਂ ਮਨੁੱਖ ਹਜ਼ਾਰਾਂ ਸਾਲ ਜਿੰਦਾ ਰਹਿੰਦਾ, ਕੋਈ ਵੀ ਮਰਨ ਲਈ ਤਿਆਰ ਨਾ ਹੁੰਦਾ। ਕੌਣ ਮਰਨਾ ਚਾਹੁੰਦਾ ਹੈ? ਕੌਣ ਸਰੀਰ ਤਿਆਗਣਾ ਚਾਹੁੰਦਾ ਹੈ? ਪਰ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦੀ ਅਵਸਥਾ ਜਿਹੜੀ ਉੱਚੀ ਹੋ ਜਾਂਦੀ, ਉਹ ਇੱਕ ਨੀਂਦ ਤੋਂ ਵਧੇਕ ਮੌਤ ਨੂੰ ਨਹੀਂ ਸਮਝਦੇ। ਉਹਨਾਂ ਦੇ ਭਾਅ ਦੀ ਜਿਹੋ ਜਿਹੀ ਨੀਂਦ ਵਿੱਚ ਸੁੱਤਾ ਉਹ ਜਿਹਾ ਕੋਈ ਸਰੀਰ ਤਿਆਗ ਕੇ ਚੋਲਾ ਬਦਲ ਲਿਆ। ਉਹ ਕਹਿੰਦੇ ਨੇ ਇੱਕ ਖੁੱਲੀ ਅੱਖ ਦਾ ਸੁਪਨਾ ਹੈ, ਇੱਕ ਬੰਦ ਅੱਖ ਦਾ ਸੁਪਨਾ ਹੈ। ਇਹ ਜਿਹੜੀ ਮੌਤ ਹੈ, ਖੁੱਲੀ ਅੱਖ ਦਾ ਸੁਪਨਾ, ਨੀਂਦ ਆ ਜਾਂਦੀ, ਗਹਿਰੀ ਨੀਂਦ ਆ ਜਾਂਦੀ ਹੈ, ਤੇ ਮਨੁੱਖ ਦੂਸਰੀ ਕਿਸੇ ਦੁਨੀਆ ਵਿੱਚ ਚਲਿਆ ਜਾਂਦਾ ਹੈ। ਜਦੋਂ ਸੁਪਨਾ ਜਦੋਂ ਜਾਗ ਖੁੱਲ੍ਹਦੀ ਹੈ, ਇੱਥੇ ਸਰੀਰ ਤਾਂ ਨਾਸ਼ ਹੋ ਜਾਂਦਾ ਹੈ। ਪਰ ਬ੍ਰਹਮ ਗਿਆਨੀ ਤੱਤ ਬੇਤੇ ਮਹਾਂਪੁਰਖ ਅਗਾਂਹ ਪਰਮੇਸ਼ਰ ਦੇ ਚਰਨਾਂ ਵਿੱਚ ਬੈਠੇ ਹੁੰਦੇ ਨੇ। ਪਹਿਲਾਂ ਦੁਨੀਆ ਸਨ, ਫਿਰ ਉੱਥੇ ਬੈਠੇ ਹੁੰਦੇ ਨੇ। ਇਸ ਤਰ੍ਹਾਂ ਜੀਵਨ ਦਾ ਜ਼ੋਰ ਨਹੀਂ ਹੈ ਮਨੁੱਖ ਕੋਲ, ਮਰਨ ਹੈ ਜ਼ੋਰ, ਤੇ ਕੋਈ ਮਰ ਸਕੇ ਇਹ ਵੀ ਜ਼ੋਰ ਨਹੀਂ ਹੈ ਕਿਸੇ ਕੋਲ। ਸਰੀਰ ਕਰਕੇ ਕਈ ਮਰ ਜਾਂਦੇ ਨੇ, ਫਿਰ ਅਵਗਤ ਬਣ ਕੇ ਤੁਰੇ ਫਿਰਦੇ ਨੇ, ਫਿਰ ਭੂਤ ਪ੍ਰੇਤ ਬਣ ਕੇ ਤੁਰੇ ਫਿਰਦੇ ਨੇ। ਜਿੰਨੀ ਆਰਬਲਾ ਰੱਬ ਨੇ ਦਿੱਤੀ ਸੀ ਕਿ ਜੇ 100 ਸਾਲ ਜੀਣਾ ਤੇ 100 ਸਾਲ ਮਨੁੱਖ ਨੂੰ ਜੀਣਾ ਪਏਗਾ, ਤੇ ਪਹਿਲਾਂ ਕਿਸੇ ਕਾਰਨ ਵਸ ਹੋ ਕੇ ਮੰਨ ਲਓ ਕਿ ਸਰੀਰ ਨੂੰ ਖਤਮ ਕਰ ਲਿਆ। ਸਰੀਰ ਨਾਲ ਖਿਲਵਾੜ ਤਾਂ ਮਨੁੱਖ ਕਰ ਸਕਦਾ, ਅਸੀਂ ਸਾਰੇ ਕਰਦੇ ਹਾਂ, ਖਾਣ ਪੀਣ ਸਾਡਾ ਚੰਗਾ ਨਹੀਂ ਹੈ। ਤੇ ਜੇ ਕੋਈ ਫਾਹ ਲੈ ਕੇ ਜਾਂ ਉੱਦਾਂ ਕਿਤੇ ਮਾੜੇ ਕਿਸੇ ਹਾਲਾਤ ਕਾਰਨ ਮਰ ਗਿਆ, ਤੇ ਫਿਰ ਉਹਨੂੰ ਜਿਹੜੇ ਆਪਣੇ 100 ਸਾਲ ਨੇ ਉਹਨਾਂ ਚਿਰ ਤੋਂ ਧਰਤੀ ਤੇ ਰਹਿਣਾ ਪੈਣਾ, ਉਹਨੂੰ ਘੁੰਮਣਾ ਪੈਣਾ ਉਹਨਾਂ ਚਿਰ। ਜਦੋਂ ਪੂਰਾ ਹੋਏਗਾ ਸਮਾਂ, ਫਿਰ ਉਹਨੂੰ ਅਗਾਂਹ ਪਰਲੋਕ 'ਚ ਥਾਂ ਮਿਲਣੀ ਹੈ। ਇਸ ਤਰ੍ਹਾਂ ਮਰਨ ਦਾ ਵੀ ਜ਼ੋਰ ਨਹੀਂ ਹੈ ਜੀਵ ਦੇ ਵਿੱਚ। ਜੋਰ ਨਾ ਰਾਜ ਮਾਲ ਮਨਸੂਰ। ਹਾਂਜੀ, ਰਾਜ ਭਾਗ ਜਿਹੜਾ ਇਹ ਵੀ ਜ਼ੋਰ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਇਹ ਵੀ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ। ਇਸੇ ਪ੍ਰਕਾਰ ਜੋ ਪਿਛਲੇ ਕੀਤੇ ਹੋਏ ਜਨਮ ਦੇ ਕਰਮ ਹਨ, ਉਹਨਾਂ ਸਦਕਾ ਹੀ ਰਾਜ ਭਾਗ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਨੇ ਸਹਿਸਕ੍ਰਿਤੀ ਵਿੱਚ ਬਚਨ ਕੀਤੇ ਹਨ ਕਿ ਜਿਹੜੇ ਦਾਨੰ ਪਰਾ ਪੂਰਬੇਣ ਪੁੰਚਨ ਤੇ ਮਹੀਤੇ, ਜਿਹੜਾ ਪੂਰਬਲੇ ਜਨਮ 'ਚ ਦਾਨ ਕਰਦਾ ਹੈ, ਜਿਹਨੇ ਪਿਛਲੇ ਜਨਮ 'ਚ ਦਾਨ ਕੀਤਾ ਨਾ, ਉਹ ਫਿਰ ਰਾਜਾ ਬਣ ਜਾਂਦਾ, ਉਹ ਬਾਦਸ਼ਾਹ ਬਣਦਾ। ਤੇ ਫਿਰ ਜਿਹੜਾ ਜਦੋਂ ਬਾਦਸ਼ਾਹ ਬਣਦਾ, ਰਾਜਾ ਬਣਦਾ ਹੈ, ਫਿਰ ਵਿਪਰੀਤ ਬੁੱਧੀ ਹੋ ਜਾਂਦੀ, ਮਾੜੀ ਬੁੱਧੀ ਹੋ ਜਾਂਦੀ ਹੈ, ਬੁੱਧੀ 'ਚ ਫਰਕ ਪੈ ਜਾਂਦਾ, ਮੱਤ ਮਾਰੀ ਜਾਂਦੀ ਹੈ। ਵਿਪਰੀਤ ਬੁੱਧੀਆਂ ਮਾਰਤ ਲੋਕ ਹੈ, ਫਿਰ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ। ਜਿਵੇਂ ਅਜੋਕੇ ਸਮੇਂ ਦੇ ਰਾਜੇ ਬਾਦਸ਼ਾਹ ਦੁਨੀਆ ਦਾ ਘਾਤ ਕਰ ਹੀ ਰਹੇ ਨੇ। ਕਿਉਂਕਿ ਉਹਨਾਂ ਦੀ ਵਿਪਰੀਤ ਬੁੱਧੀ ਹੋ ਗਈ। ਇਹ ਨਹੀਂ ਰਿਹਾ ਚੇਤੇ ਵੀ ਪਹਿਲਾਂ ਦਾਨ ਕੀਤਾ ਸੀ, ਬਾਦਸ਼ਾਹ ਬਣੇ ਹਾਂ, ਕੋਈ ਲੀਡਰ ਬਣੇ ਹਾਂ, ਤੇ ਅਗਾਂਹ ਚੰਗੇ ਕਰਮ ਕਰਾਂਗੇ ਤੇ ਰੱਬ ਦੀ ਦਰਗਾਹ 'ਚ ਥਾਂ ਮਿਲ ਜਾਏਗਾ। ਫਿਰ ਮੱਤ ਮਾਰੀ ਜਾਂਦੀ, ਵਿਪਰੀਤ ਬੁੱਧੀ ਮਾਰਤ ਲੋਕ ਹੈ, ਫਿਰ ਲੋਕਾਂ ਨੂੰ ਮਾਰਦੇ ਨੇ। ਨਾਨਕ ਚਿਰੰਕਾਲ ਦੁੱਖ ਭੋਗਤੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਫਿਰ ਚਿਰ ਕਾਲ, ਬੜਾ ਲੰਬਾ ਸਮਾਂ ਉਹਨਾਂ ਨੂੰ ਨਰਕਾਂ ਵਿੱਚ ਦੁੱਖ ਭੋਗਣਾ ਪੈਂਦਾ, ਉਹਨਾਂ ਰਾਜਿਆਂ ਬਾਦਸ਼ਾਹਾਂ ਨੂੰ। ਗੁਰੂ ਮਹਾਰਾਜ ਕਹਿੰਦੇ ਰਾਜ ਭਾਗ ਜਿਹੜਾ ਵੀ ਰੱਬ ਦੀ ਕਿਰਪਾ ਸਦਕਾ ਹੀ ਪ੍ਰਾਪਤ ਹੁੰਦਾ ਹੈ। ਜੋਰ ਨਾ ਰਾਜ ਮਾਲ ਮਨਸੂਰ। ਮਾਲ ਜੋ ਰਾਜ ਭਾਗ ਦਾ ਮਾਲ ਸਮਾਨ ਹੈ, ਜਿਹਦਾ ਮਨ ਦੇ ਵਿੱਚ ਸ਼ੋਰ ਹਮੇਸ਼ਾ ਮੱਚਿਆ ਰਹਿੰਦਾ। ਹਰ ਇੱਕ ਮਨੁੱਖ ਨੂੰ ਚਾਹਤ ਹੁੰਦੀ ਕਿ ਮੇਰੇ ਘਰ ਬਹੁਤਾ ਮਾਲ ਧਨ ਹੋਵੇ। ਹਰ ਵੇਲੇ ਸ਼ੋਰ ਮੱਚਿਆ ਰਹਿੰਦਾ ਮਨ ਦੇ ਅੰਦਰ, ਮੇਰੇ ਕੋਲ ਬਹੁਤਾ ਕੁਝ ਹੋਵੇ। ਇਹ ਵੀ ਜ਼ੋਰ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਰਾਜ ਮਾਲ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜ਼ੋਰ ਨਾਲ ਕੋਈ ਆਪਣੀ ਸੁਰਤੀ ਵਿੱਚ, ਆਪਣੀ ਸਮਝ ਵਿੱਚ ਗਿਆਨ ਦੀ ਵਿਚਾਰ ਨਹੀਂ ਕਰ ਸਕਦਾ। ਜ਼ੋਰ ਨਾਲ ਕੋਈ ਗਿਆਨ ਨੂੰ ਨਹੀਂ ਵਿਚਾਰ ਸਕਦਾ, ਗਿਆਨ ਸਮਝ 'ਚ ਨਹੀਂ ਆ ਸਕਦਾ ਆਪਣੇ ਜ਼ੋਰ ਨਾਲ।
ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਨਾ ਹੋਵੇ, ਜਿੰਨਾ ਚਿਰ ਗੁਰੂ ਨਾ ਕਿਰਪਾ ਕਰੇ, ਉਹਨਾਂ ਚਿਰ ਗਿਆਨ ਦੀ ਸਮਝ ਨਹੀਂ ਹੁੰਦੀ, ਉਹਨਾਂ ਚਿਰ ਬਾਣੀ ਦੀ ਸਮਝ ਨਹੀਂ ਆਉਂਦੀ। ਜਿੰਨਾ ਚਿਰ ਗੁਰੂ ਨਾ ਕਿਰਪਾ ਕਰੇ, ਉਹਨਾਂ ਚਿਰ ਗਿਆਨ ਦੀ, ਗੁਰੂ ਦੀ ਬਾਣੀ ਦੀ ਜਾਂ ਜਿਹੜੇ ਗੁੱਝੇ ਭੇਦ ਹਨ ਉਹਨਾਂ ਦੀ ਸੋਝੀ ਨਹੀਂ ਪ੍ਰਾਪਤ ਹੁੰਦੀ। ਜਦੋਂ ਬਾਣੀ ਦਾ ਅਭਿਆਸ ਕਰੀਏ ਤੇ ਹਰ ਪ੍ਰਸ਼ਨ ਦਾ ਜਿਹੜਾ ਉੱਤਰ ਹੈ ਸਾਨੂੰ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ। ਹਰ ਸਵਾਲ ਦਾ ਜਵਾਬ ਸਾਨੂੰ ਬਾਣੀ ਵਿੱਚੋਂ ਮਿਲ ਜਾਂਦਾ ਹੈ ਜੇ ਅਸੀਂ ਬਾਣੀ ਨੂੰ ਸ਼ਰਧਾ ਭਾਵਨਾ ਨਾਲ, ਟਿਕਾ ਨਾਲ, ਸਹਿਜੇ ਸਹਿਜੇ ਆਰਾਮ ਨਾਲ ਪੜ੍ਹੀਏ, ਗੁਰੂ ਦਾ ਰੂਪ ਜਾਣ ਕੇ ਪੜ੍ਹੀਏ ਤੇ ਗੁਰੂ ਹਰ ਇੱਕ ਸਵਾਲ ਦਾ ਜਵਾਬ ਸਾਨੂੰ ਬਾਣੀ ਵਿੱਚੋਂ ਹੀ ਦਿੰਦਾ ਹੈ। ਮਹਾਰਾਜ ਕਹਿੰਦੇ ਹਨ ਗਿਆਨ ਦੀ ਵਿਚਾਰ ਵੀ ਜ਼ੋਰ ਨਾਲ ਨਹੀਂ ਕੀਤੀ ਜਾ ਸਕਦੀ ਸੁਰਤੀ ਅੰਦਰ। ਜੋਰ ਨਾ ਜੁਗਤੀ ਛੁਟੈ ਸੰਸਾਰ। ਜ਼ੋਰ ਨਾਲ ਸੰਸਾਰ ਪਾਸੋਂ ਨਹੀਂ ਛੁੱਟਿਆ ਜਾ ਸਕਦਾ। ਸੰਸਾਰ ਦੇ ਵਿੱਚ ਜੋ ਖਿੱਚ ਧੂ ਹੈ ਇਹਦੇ ਕੋਲੋਂ ਜਾਂ ਕਿਸੇ ਜੁਗਤੀ ਨਾਲ, ਆਪਣੀ ਸਿਆਣਪ ਦੀ ਜੁਗਤੀ ਨਾਲ, ਜ਼ੋਰ ਨਾਲ ਨਹੀਂ ਛੁੱਟ ਸਕਦਾ ਸੰਸਾਰ ਦੀ ਖਿੱਚਾ ਧੂ ਤੋਂ। ਦੂਸਰਾ ਅਰਥ ਹੈ ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਜ਼ੋਰ ਨਾਲ ਨਹੀਂ ਸੰਸਾਰ ਦੇ ਮੋਹ ਮਾਇਆ ਤੋਂ ਛੁੱਟਿਆ ਜਾ ਸਕਦਾ, ਜੁਗਤੀ ਨਾਲ ਛੁੱਟਿਆ ਜਾ ਸਕਦਾ। ਗੁਰੂ ਦੀ ਦੱਸੀ ਹੋਈ ਜੁਗਤੀ ਨਾਲ, ਜ਼ੋਰ ਨਾਲ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਪਰ ਵੇਖੈ ਸੋਈ, ਨਾਨਕ ਉਤਮ ਨੀਚ ਨਾ ਕੋਈ। ਮਹਾਰਾਜ ਕਹਿੰਦੇ ਜਿਹਦੇ ਹੱਥ ਵਿੱਚ ਜ਼ੋਰ ਹੈ ਨਾ, ਜਿਸ ਪਰਮੇਸ਼ਰ ਦੇ ਹੱਥ ਵਿੱਚ ਸ਼ਕਤੀ ਹੈ, ਕਰ ਵੇਖੈ ਸੋਈ, ਉਹ ਫਿਰ ਆਪਣੀ ਸ਼ਕਤੀ ਨੂੰ ਕਰ ਕਰਕੇ ਅਜਮਾ ਕੇ ਦੇਖਦਾ ਹੈ। ਨਾਨਕ ਉਤਮ ਨੀਚ ਨਾ ਕੋਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦੀ ਜੋ ਸ੍ਰਿਸ਼ਟੀ ਹੈ ਇਹਦੇ ਵਿੱਚ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਵਾਸਤੇ ਉੱਤਮ ਜਾਂ ਨੀਵਾਂ ਕੋਈ ਨਹੀਂ। ਪਰਮੇਸ਼ਰ ਦੇ ਦਰ ਤੇ ਸਭ ਜੀਵ ਇੱਕੋ ਜਿਹੇ ਨੇ। ਉਹਦੇ ਪਰਮੇਸ਼ਰ ਦੇ ਦਰ ਤੇ ਕੋਈ ਜਾਤ ਕਰਕੇ ਉੱਚਾ ਹੋਵੇ ਤੇ ਉੱਚਾ ਨਹੀਂ ਗਿਣਿਆ ਜਾਂਦਾ, ਕੋਈ ਨੀਵਾਂ ਹੋਵੇ ਕਿ ਨੀਵੀਂ ਜਾਤ 'ਚ ਪੈਦਾ ਹੋ ਗਿਆ ਹੈ। ਇਹ ਜਾਤਾਂ ਮਨੁੱਖ ਨੇ ਬਣਾਈਆਂ ਹਨ ਤੇ ਉਹ ਨੀਵਾਂ ਨਹੀਂ ਹੋ ਜਾਂਦਾ, ਉਹਦੇ ਦਰ ਤੇ ਇੱਕੋ ਜਿਹੇ ਹਨ ਸਾਰੇ ਜੀਵ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਰਾਤੀ ਰਾਤਾਂ, ਰੁੱਤੀ ਰੁੱਤਾਂ, ਥਿਤੀ ਥਿਤ, ਤਰੀਕਾਂ ਵਾਰ, ਇਹ ਜਿਹੜੇ ਹਨ ਇਹ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਤੇ ਧਰਤੀ ਦੇ ਬਣਾਏ ਹਨ ਧਰਮਸ਼ਾਲਾ ਵਿੱਚ ਰਹਿਣ ਵਾਸਤੇ। ਪਵਨ ਪਾਣੀ ਅਗਨੀ ਪਾਤਾਲ, ਪੌਣ ਬਣਾਈ ਹੈ ਹਵਾ, ਪਾਣੀ ਬਣਾਇਆ ਵਾਹਿਗੁਰੂ ਨੇ ਜੀਵਾਂ ਦੇ ਪੀਣ ਵਾਸਤੇ, ਹਵਾ ਸਵਾਸ ਲੈਣ ਵਾਸਤੇ, ਅੱਗ ਰੋਟੀ ਪਾਣੀ ਬਣਾਉਣ ਵਾਸਤੇ, ਇਸੇ ਤਰ੍ਹਾਂ ਨਿੱਘ ਲੈਣ ਵਾਸਤੇ ਪਾਤਾਲ ਵਾਹਿਗੁਰੂ ਪਰਮੇਸ਼ਰ ਨੇ ਇਹ ਸਭ ਚੀਜ਼ਾਂ ਬਣਾਈਆਂ ਹਨ। ਅੱਗੇ ਦੱਸਦੇ ਹਨ ਕਿਸ ਵਾਸਤੇ। ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹਾਂਜੀ, ਇਹਨਾਂ ਸਾਰਿਆਂ ਵਿੱਚ ਜੋ ਵਾਹਿਗੁਰੂ ਪਰਮੇਸ਼ਰ ਨੇ ਬ੍ਰਹਿਮੰਡ ਦੇ ਵਿੱਚ ਪੌਣ ਪਾਣੀ ਅੱਗ ਪਤਾਲ ਰਾਤੀ ਰੁੱਤਾਂ ਦਿਨ ਤਿੱਤਵਾਰ ਬਣਾਏ ਹਨ। ਇਹਨਾਂ ਵਿੱਚ ਇੱਕ ਧਰਤੀ ਵਾਹਿਗੁਰੂ ਨੇ ਟਿਕਾ ਕੇ ਰੱਖੀ ਹੋਈ ਹੈ। ਕਾਹਦੇ ਲਈ? ਥਾਪ ਰੱਖੀ ਧਰਮਸਾਲ, ਧਰਮਸ਼ਾਲਾ ਬਣਾਇਆ ਹੋਇਆ ਧਰਤੀ ਨੂੰ ਕਿ ਧਰਤੀ ਤੇ ਰਹਿ ਕੇ ਧਰਮ ਕਮਾਓ, ਨਾਮ ਜਪੋ, ਸਿਮਰਨ ਕਰੋ, ਚੰਗੇ ਕਰਮ ਕਰੋ। ਇਸ ਵਾਸਤੇ ਇੱਕ ਧਰਮਸ਼ਾਲਾ, ਪੂਰੀ ਧਰਤੀ ਧਰਮਸ਼ਾਲਾ ਜਿੱਥੇ ਧਰਮ ਕਮਾਇਆ ਜਾਏ ਉਹਨੂੰ ਕਹਿੰਦੇ ਨੇ ਧਰਮਸ਼ਾਲਾ। ਇਹ ਧਰਤੀ ਜਿਹੜੀ ਹੈ ਨਾ ਵਾਹਿਗੁਰੂ ਪਰਮੇਸ਼ਰ ਨੇ ਬ੍ਰਹਿਮੰਡ ਦੇ ਵਿੱਚ ਧਰਮਸ਼ਾਲਾ ਬਣਾ ਕੇ ਟਿਕਾਈ ਹੋਈ ਹੈ। ਇਹਦੇ ਤੇ ਰੁੱਤਾਂ ਹਨ, ਵੱਖ-ਵੱਖ ਤਿੱਤਾਂ ਹਨ, ਵਾਰ ਹਨ, ਰਾਤਾਂ ਦਿਨ, ਪੌਣ ਪਾਣੀ ਹੈ। ਜਿਸ ਵਿੱਚ ਜੀਅ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਇਹ ਧਰਮਖੰਡ ਦਾ ਮਹਾਰਾਜ ਜ਼ਿਕਰ ਕਰਦੇ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ। 5 ਖੰਡਾਂ ਦਾ ਜ਼ਿਕਰ ਕਰਨਗੇ ਹੁਣ ਸਤਿਗੁਰੂ ਜੀ। ਇਹ ਜਦੋਂ ਮਨੁੱਖ ਦੀ ਆਤਮਿਕ ਅਵਸਥਾ ਉੱਚੀ ਉੱਠਦੀ ਹੈ ਨਾ ਇੱਕ ਸਧਾਰਨ ਮਨੁੱਖ ਨਾਲੋਂ, ਜਦੋਂ ਧਰਮ ਦੇ ਰਸਤੇ ਤੇ ਚੱਲਦਾ ਤੇ ਫਿਰ ਉਹਨੂੰ ਸਮਝ ਆਉਂਦੀ ਵੀ ਧਰਤੀ ਕਾਹਦੇ ਲਈ ਬਣਾਈ ਹੈ ਰੱਬ ਨੇ, ਇਹ ਵਾਰ ਦਿਨ ਕਾਹਦੇ ਲਈ ਬਣਾਉਣੇ ਹਨ, ਇਹ ਅੱਗ ਪਾਣੀ ਕਾਹਦੇ ਲਈ ਬਣਿਆ ਹੋਇਆ ਹੈ। ਫਿਰ ਇਹਨਾਂ ਦੀ ਗਹਿਰਾਈ 'ਚ ਮਨੁੱਖ ਜਾਂਦਾ। ਆਮ ਸਧਾਰਨ ਮਨੁੱਖ ਕੀ ਸੋਚੇਗਾ ਵੀ ਪਾਣੀ ਕੀ ਹੈ, ਉਹ ਕਹਿੰਦਾ ਪਾਣੀ ਬਸ ਪੀਣ ਵਾਸਤੇ, ਉਹਨੇ ਚੁੱਪ ਕਰਕੇ ਪੀ ਲੈਣਾ, ਪਤਾ ਹੀ ਨਹੀਂ ਵੀ ਪਾਣੀ ਮੈਂ ਪੀਂਦਾ ਵੀ ਹਾਂ ਕਿ ਨਹੀਂ ਪੀਂਦਾ। ਰੋਟੀ ਖਾਣੀ, ਕਦੀ ਰੋਟੀ ਵੱਲ ਧਿਆਨ ਹੀ ਨਹੀਂ ਵੀ ਮੈਂ ਪ੍ਰਸ਼ਾਦਾ ਛਕਦਾ, ਕਿਵੇਂ ਬਣਦਾ, ਕਿੱਥੋਂ ਆਉਂਦਾ, ਇਹਦੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਜਦੋਂ ਕੋਈ ਧਰਮ ਦੇ ਰਸਤੇ ਤੇ ਚੱਲਦਾ ਫਿਰ ਉਹ ਗਹਿਰਾਈਆਂ 'ਚ ਉਤਰਦਾ, ਫਿਰ ਉਹਨੂੰ ਗਹਿਰਾਈਆਂ ਸਮਝ ਲੱਗਦੀ ਨੇ, ਹਰ ਇੱਕ ਚੀਜ਼ ਦੀ ਡੂੰਘਾਈ 'ਚ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਸੋਝੀ ਆਉਂਦੀ ਤਿਸ ਵਿੱਚ ਜੀਅ ਜੁਗਤ ਕੇ ਰੰਗ। ਇਸ ਅਵਸਥਾ ਵਿੱਚ ਆਣ ਕੇ ਇਹ ਧਰਤੀ ਤੇ ਵੱਖ-ਵੱਖ ਜੀਅ ਵੱਖ-ਵੱਖ ਜੁਗਤੀਆਂ ਦੇ ਵੱਖ-ਵੱਖ ਰੰਗਾਂ ਦੇ ਨਜ਼ਰ ਆਉਂਦੇ ਹਨ। ਤਿਨਕੇ ਨਾਮ ਅਨੇਕ ਅਨੰਤ, ਇਹਨਾਂ ਦੇ ਨਾਮ ਵੀ ਅਨੇਕਾਂ ਹਨ। ਧਰਤੀ ਤੇ ਜੀਵਾਂ ਦੇ ਅਨੇਕਾਂ ਅਨੰਤ ਨਾਮ ਹਨ, ਅਨੰਤ ਜੁਗਤੀਆਂ ਰੰਗਾਂ ਦੇ ਹਨ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਇਨਸਾਨ ਦੇ ਜੀਵਾਂ ਦੇ ਕੀਤੇ ਹੋਏ ਕਰਮਾਂ ਸਦਕਾ ਵਿਚਾਰ ਹੁੰਦੀ ਕਿਹੋ ਜਿਹੇ ਕਰਮ ਹਨ।
ਕਿਉਂਕਿ ਉਹ ਆਪ ਸੱਚਾ ਹੈ, ਪਰਮੇਸ਼ਰ ਉਹਦਾ ਦਰਬਾਰ ਵੀ ਸੱਚਾ ਹੈ। ਤਿੱਥੈ ਸੋਹਣ ਪੰਜ ਪਰਵਾਨ ਨਗਰੀ ਕਰਮ ਪਵੈ ਨੀਸਾਨ। ਵਾਹਿਗੁਰੂ ਦੇ ਦਰ ਘਰ ਵਿਖੇ ਸੋਹੰਦੇ ਨੇ, ਸੋਹਣੇ ਲੱਗਦੇ ਨੇ, ਪੰਜ ਭਗਤ ਪ੍ਰਵਾਨ ਹੋਏ ਨੇ ਜਿਹੜੇ ਨਦਰੀ ਕਰਮ ਪਵੈ ਨੀਸਾਨ। ਉਹਨਾਂ ਤੇ ਮਿਹਰ ਭਰੀ ਨਜ਼ਰ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹਨਾਂ ਦੇ ਮੱਥੇ ਤੇ ਬਖਸ਼ਿਸ਼ ਦੀ ਨਿਸ਼ਾਨੀ ਚਮਕਦੀ ਹੈ। ਹਾਂਜੀ। ਅਰਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ। ਫਿਰ ਉਸ ਪਰਮੇਸ਼ਰ ਦੇ ਦਰ ਤੇ ਕੱਚਿਆਂ ਤੇ ਪੱਕਿਆਂ ਦੀ ਜਿਹੜੀ ਗੱਲ ਹੈ ਉੱਥੇ ਪਾਈ ਜਾਂਦੀ ਹੈ ਕਿ ਕੌਣ ਕੱਚਾ ਕੌਣ ਪੱਕਾ ਹੈ, ਕਿਹੜਾ ਗੁਰੂ ਦੇ ਅਨੁਸਾਰ ਹੈ, ਕਿਹੜਾ ਗੁਰੂ ਤੋਂ ਬੇਮੁਖ ਹੈ। ਇਹ ਪਰਮੇਸ਼ਰ ਦੇ ਦਰ ਤੇ ਸਮਝ ਲੱਗਦੀ ਹੈ। ਨਾਨਕ ਗਿਆ ਜਾਪੈ ਜਾਏ। ਗੁਰੂ ਮਹਾਰਾਜ ਕਹਿੰਦੇ ਉਸ ਦਰ ਤੇ ਗਿਆ ਹੋਇਆ ਜਾਣਿਆ ਜਾਂਦਾ ਹੈ। ਇਸ ਪ੍ਰਕਾਰ ਸੋਝੀ ਆਉਂਦੀ ਹੈ ਜਦੋਂ ਮਨੁੱਖ ਧਰਮਖੰਡ ਦੀ ਅਵਸਥਾ 'ਚ ਪਹੁੰਚਦਾ ਹੈ। ਧਰਮਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ। ਮਹਾਰਾਜ ਕਹਿੰਦੇ ਧਰਮਖੰਡ ਦਾ ਧਰਮ ਹੈ ਤੇ ਫਿਰ ਸਿੱਧ ਆਖਣ ਲੱਗੇ ਕਿ ਸੱਚੇ ਪਾਤਸ਼ਾਹ ਇਹ ਧਰਮਖੰਡ ਤੇ ਤੁਸੀਂ ਦੱਸਿਆ ਹੈ, ਹੁਣ ਗਿਆਨ ਖੰਡ ਦਾ ਵੀ ਕੋਈ ਕਰਮ ਦੱਸੋ ਵੀ ਗਿਆਨ ਖੰਡ ਦੇ ਜੀਵ ਦੇ ਕਰਮ ਕਿਹੋ ਜਿਹੇ ਹੋ ਜਾਂਦੇ ਹਨ। ਧਰਮੀ ਮਨੁੱਖ ਕੇਵਲ ਲਿਬਾਸ ਪਾਉਣ ਨਾਲ ਨਹੀਂ, ਇਹ ਜਿਵੇਂ ਪਹਿਲਾਂ ਵੀ ਦੱਸਿਆ ਹੈ ਕਿ ਇਹ ਜਿਵੇਂ ਇੱਕ ਅਵਸਥਾ ਮਨੁੱਖ ਦੀ ਉੱਚੀ ਉੱਠਦੀ ਹੈ, ਹੌਲੀ ਹੌਲੀ ਮਨੁੱਖ ਰੱਬ ਵੱਲ ਨੂੰ ਚੜ੍ਹਦਾ ਹੈ। ਜਿਵੇਂ ਪੌੜੀਆਂ ਤੇ ਚੜ੍ਹਦਾ, ਜਿਵੇਂ ਇੱਕ ਪੌੜੀ ਹੈ। ਧਰਮਖੰਡ ਸਭ ਤੋਂ ਪਹਿਲੀ ਪੌੜੀ ਜਿਹਦੇ ਵਿੱਚ ਮਨੁੱਖ ਆਪਣੇ ਧਰਮ ਦੀ ਰਹੁ ਰੀਤੀ ਅਪਣਾਉਂਦਾ, ਜਿਹਦੇ ਵਿੱਚ ਆਪਣੇ ਧਰਮ ਦਾ ਲਿਬਾਸ, ਆਪਣੇ ਧਰਮ ਦੇ ਮੁੱਖ ਜਿਹੜੇ ਅੰਗ ਨੇ ਉਹਨਾਂ ਨੂੰ ਧਾਰਨ ਕਰਦਾ, ਭਾਵ ਨਿਤਨੇਮ ਕਰਦਾ, ਗੁਰਦੁਆਰੇ ਆਉਂਦਾ, ਸੇਵਾ ਕਰਦਾ। ਸਭ ਤੋਂ ਪਹਿਲੇ ਕਰਮ ਹਨ। ਇਹਨਾਂ ਤੋਂ ਅੱਗੇ ਆਤਮਿਕ ਤਰੱਕੀ ਹੁੰਦੀ ਹੈ, ਜਿਹਦੇ ਵਿੱਚ ਦੂਸਰਾ ਖੰਡ ਹੈ, ਖੰਡ ਨਾਮ ਟੁਕੜੇ ਦਾ ਹੈ। ਸਭ ਤੋਂ ਪਹਿਲਾਂ ਧਰਮ ਖੰਡ, ਧਰਮ ਦੇ ਰਸਤੇ ਤੇ ਮਨੁੱਖ ਚੱਲਣਾ ਸ਼ੁਰੂ ਕਰਦਾ, ਉਹਨੂੰ ਸਮਝ ਆਉਂਦੀ ਨਿਯਮ ਕੀ ਹੈ, ਮੇਰਾ ਕਰਮ ਕੀ ਹੈ, ਮੇਰਾ ਫਰਜ਼ ਕੀ ਹੈ। ਧਰਮ ਦੇ ਅਰਥ ਅਨੇਕਾਂ ਹਨ, ਵਿਦਵਾਨਾਂ ਨੇ ਕੀਤੇ। ਧਰਮ ਦਾ ਇੱਕ ਅਰਥ ਹੈ ਫਰਜ਼ ਕੀ ਹੈ ਮੇਰਾ, ਮੈਂ ਕੀ ਕਰਨ ਵਾਸਤੇ ਆਇਆ, ਇਹ ਸਮਝ ਪੈਂਦੀ ਹੈ। ਇਸ ਤੋਂ ਅੱਗੇ ਜਦੋਂ ਮਨੁੱਖ ਤਰੱਕੀ ਕਰਦਾ ਫਿਰ ਗਿਆਨ ਖੰਡ 'ਚ ਪਹੁੰਚਦਾ ਹੈ, ਜਿੱਥੇ ਗਿਆਨ ਲੈਂਦਾ। ਮਹਾਰਾਜ ਕਹਿੰਦੇ, ਮਹਾਰਾਜ ਨੂੰ ਕਹਿਣ ਲੱਗੇ ਸਿੱਧ ਗਿਆਨ ਖੰਡ ਕਾ ਆਖੋ ਕਰਨ। ਮਹਾਰਾਜ ਕਹੋ ਕਿਹੋ ਜਿਹਾ ਗਿਆਨ ਖੰਡ ਦੀ ਅਵਸਥਾ ਹੈ। ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼। ਇਹ ਜੋ ਅਸੀਂ ਬਾਣੀ ਪੜ੍ਹ ਰਹੇ ਹਾਂ ਜਾਂ ਬਾਣੀ ਦੇ ਅਰਥ ਸਮਝ ਰਹੇ ਹਾਂ ਜਾਂ ਅਸੀਂ ਕਥਾ ਸੁਣਦੇ ਹਾਂ, ਇਹ ਸਭ ਗਿਆਨ ਖੰਡ ਦੀ ਅਵਸਥਾ ਹੈ। ਇਹਦੇ ਵਿੱਚ ਮਨੁੱਖ ਗਿਆਨ ਇਕੱਠਾ ਕਰਦਾ, ਗਿਆਨ ਪ੍ਰਾਪਤ ਕਰਦਾ ਹੈ। ਧਰਮ ਤੋਂ ਇਹ ਦੂਸਰੀ ਪੌੜੀ ਹੈ। ਮਨੁੱਖ ਆਪਣੇ ਆਪ ਦੀ ਆਪ ਸਮਝ ਕਰ ਸਕਦਾ ਹੈ ਕਿ ਮੈਂ ਕਿਹੜੇ ਖੰਡ ਵਿੱਚ ਹਾਂ, ਕਿੱਥੇ ਹਾਂ ਤੇ ਕਿੱਥੇ ਜਾਣਾ ਹੈ। ਮੈਂ ਇਹ ਇੱਕ ਮੀਲ ਪੱਥਰ ਦੀ ਤਰ੍ਹਾਂ ਹੈ। ਬਾਣੀ ਵਿੱਚ ਮਹਾਰਾਜ ਨੇ ਦੱਸਿਆ, ਬੜੀ ਕਿਰਪਾ ਕੀਤੀ ਸਤਿਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਕਿ ਇਨਸਾਨ ਨੂੰ ਆਪਣਾ ਚਿਹਰਾ ਇਸ ਸ਼ੀਸ਼ੇ ਵਿੱਚ ਜਪਜੀ ਸਾਹਿਬ ਵਿੱਚ ਦੇਖ ਲਿਆ ਕਰਕੇ ਤੇਰੀ ਆਤਮਾ ਕਿੱਥੋਂ ਤੱਕ ਪਹੁੰਚੀ, ਕਿੰਨੀ ਕੁ ਦੂਰੀ ਬਾਕੀ ਰੱਬ ਨਾਲ। ਦੂਸਰਾ ਖੰਡ ਹੈ ਗਿਆਨ ਖੰਡ, ਜਿੱਥੇ ਗਿਆਨ ਇਕੱਠਾ ਕਰਦਾ ਮਨੁੱਖ, ਸਭ ਤਰ੍ਹਾਂ ਦਾ ਗਿਆਨ, ਦੁਨੀਆ ਦਾ ਗਿਆਨ, ਰੱਬ ਦਾ ਗਿਆਨ। ਫਿਰ ਇੱਥੇ ਸਮਝ ਆਉਂਦੀ ਹੈ ਕੇਤੇ ਪਵਨ ਪਾਣੀ ਦਾ ਸੰਤਰ ਕੀਤੇ ਕਾਨ ਮਹੇਸ਼, ਕਿ ਇੱਕ ਪ੍ਰਕਾਰ ਦੀ ਹਵਾ ਨਹੀਂ, ਕਈ ਪ੍ਰਕਾਰ ਦੀ ਹਵਾ। ਗਿਆਨ ਖੰਡ ਜਾ ਕੇ ਪਤਾ ਲੱਗਦਾ ਹੈ ਵੀ ਵੱਖ-ਵੱਖ ਤਰ੍ਹਾਂ ਦੀ ਹਵਾ ਹੈ। ਇੱਕ ਇਸੇ ਪ੍ਰਕਾਰ ਥੱਲੇ ਥੋੜਾ ਉੱਤੇ ਜਾਈਏ ਫਿਰ ਹਵਾ ਦਾ ਜਿਹੜਾ ਬਦਲ ਜਾਂਦਾ ਹੈ ਰੂਪ ਰੰਗ। ਪਾਣੀ ਦਾ ਸੰਤਰ, ਪਾਣੀ ਅਨੇਕਾਂ ਪ੍ਰਕਾਰ ਦਾ ਹੈ, ਕੋਈ ਖਾਰਾ, ਕੋਈ ਮਿੱਠਾ, ਕੋਈ ਇਸੇ ਪ੍ਰਕਾਰ ਕਸੈਲਾ ਜਿਹਾ ਪਾਣੀ ਹੁੰਦਾ ਹੈ। ਵੈ ਸੰਤਰ ਅਨੇਕਾਂ ਪ੍ਰਕਾਰ ਦੀ ਅੱਗ ਹੈ, ਜਿਵੇਂ ਪੇਟ 'ਚ ਵੀ ਮਨੁੱਖ ਦੀ ਜਠਰਾਗਨੀ ਹੈ, ਜਿਵੇਂ ਸਮੁੰਦਰ ਦੇ ਨੀਚੇ ਬੜਵਾ ਅਗਨੀ ਮੰਨੀ ਜਾਂਦੀ ਹੈ। ਇਸ ਪ੍ਰਕਾਰ ਅੱਗ ਵੀ ਕਈ ਤਰੀਕਿਆਂ ਦੀ। ਕੇਤੇ ਕਾਣ ਮਹੇਸ਼, ਰੱਬ ਦੀ ਸ੍ਰਿਸ਼ਟੀ ਬੜੀ ਬੇਅੰਤ ਹੈ। ਕਾਣ ਸ਼ਿਵ ਜੀ, ਕਾਣ ਇਸੇ ਪ੍ਰਕਾਰ ਖਿਮਾ ਕਰਨਾ ਕ੍ਰਿਸ਼ਨ, ਮਹੇਸ਼ ਸ਼ਿਵ ਜੀ। ਅਨੇਕਾਂ ਪ੍ਰਕਾਰ ਦੇ ਸ਼ਿਵ ਜੀ ਹਨ, ਅਨੇਕਾਂ ਹੀ ਕ੍ਰਿਸ਼ਨ ਹਨ ਰੱਬ ਦੀ ਸ੍ਰਿਸ਼ਟੀ ਵਿੱਚ। ਕੀਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ। ਫਿਰ ਸੋਝੀ ਆਉਂਦੀ ਗਿਆਨ ਖੰਡ ਜਾਣ ਕੇ ਵੀ ਕਿੰਨੇ ਬ੍ਰਹਮੇ ਨੇ, ਇੱਕ ਬ੍ਰਹਮਾ ਨਹੀਂ, ਕਈ ਬ੍ਰਹਮੇ ਹਨ। ਘਾੜਤ ਘੜੀਏ, ਜਿਹੜੇ ਘਾੜਤਾਂ ਘੜਦੇ ਹਨ। ਰੂਪ ਰੰਗ ਕੇ ਵੇਸ, ਵੱਖ-ਵੱਖ ਰੂਪਾਂ ਦੇ, ਵੱਖ-ਵੱਖ ਰੰਗਾਂ ਦੇ ਵੇਸ਼ ਬਣਾਉਂਦੇ ਹਨ ਜੀਵਾਂ ਦੇ। ਅਨੇਕਾਂ ਬ੍ਰਹਮਾ ਹਨ ਵਾਹਿਗੁਰੂ ਦੀ ਸ੍ਰਿਸ਼ਟੀ ਵਿੱਚ। ਕੀਤੀਆਂ ਕਰਮ ਭੂਮੀ ਮੇਰ ਕੀਤੇ ਧੂ ਉਪਦੇਸ਼। ਕੀਤੀਆਂ ਕਈ ਕਰਮ ਭੂਮੀਆਂ ਹਨ, ਕਰਮ ਭੂਮੀ ਜਿੱਥੇ ਕਰਮ ਬੀਜੇ ਜਾਣ। ਮੇਰ ਕਈ ਵਾਹਿਗੁਰੂ ਦੀ ਸ੍ਰਿਸ਼ਟੀ ਵਿੱਚ ਪਰਬਤ ਹਨ, ਪਹਾੜ ਹਨ। ਮੇਰ ਨਾਮ ਪਹਾੜ ਦਾ ਹੁੰਦਾ। ਕੀਤੇ ਧੂ ਉਪਦੇਸ਼, ਕਿੰਨੇ ਹੀ ਧਰੂ ਪ੍ਰਹਿਲਾਦ ਹਨ ਤੇ ਕਿੰਨੇ ਹੀ ਉਪਦੇਸ਼ ਨਾਰਦ ਵਰਗੇ ਹਨ ਧਰੂ ਨੂੰ ਉਪਦੇਸ਼ ਦੇਣ ਵਾਲੇ। ਕੀਤੇ ਇੰਦ ਚੰਦ ਸੂਰ ਕੀਤੇ ਮੰਡਲ ਦੇਸ। ਕਿੰਨੇ ਹੀ ਇੰਦਰ ਦੇਵਤਾ ਹਨ ਵਾਹਿਗੁਰੂ ਦੀ ਸ੍ਰਿਸ਼ਟੀ ਵਿੱਚ, ਕਿੰਨੇ ਹੀ ਚੰਦਰਮਾ ਹਨ, ਕਈ ਸੂਰਜ ਹਨ ਵਾਹਿਗੁਰੂ ਦੀ ਸ੍ਰਿਸ਼ਟੀ ਵਿੱਚ। ਕੀਤੇ ਮੰਡਲ ਦੇਸ,
ਅਨੇਕਾਂ ਪ੍ਰਕਾਰ ਦੇ ਮੰਡਲ ਸੂਬੇ ਹਨ, ਅਨੇਕਾਂ ਦੇਸ਼ ਹਨ ਵਾਹਿਗੁਰੂ ਦੀ ਸ੍ਰਿਸ਼ਟੀ ਵਿੱਚ। ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ। ਅਨੇਕਾਂ ਹੀ ਸਿੱਧ ਹਨ, ਅਨੇਕਾਂ ਹੀ ਬੁੱਧੀਵਾਨ ਹਨ ਅਤੇ ਮਹਾਤਮਾ ਬੁੱਧ ਵਰਗੇ ਅਨੇਕਾਂ ਨਾਥ ਹਨ ਜੋਗੀਆਂ ਦੇ। ਕੀਤੇ ਦੇਵੀ ਵੇਸ, ਕਈ ਦੇਵੀਆਂ ਹਨ ਵੱਖ-ਵੱਖ ਵੇਸਾਂ ਦੀਆਂ। ਕੀਤੇ ਦੇਵ ਦਨ ਮੁਨ ਕੀਤੇ ਕੀਤੇ ਰਤਨ ਸਮੁੰਦ। ਕੀਤੇ ਅਨੇਕਾਂ ਹੀ ਦੇਵਤੇ ਹਨ, ਦਾਨਵ ਰਾਖਸ਼ ਅਨੇਕਾਂ ਹੀ ਰਾਖਸ਼ ਹਨ ਵਾਹਿਗੁਰੂ ਦੀ ਸ੍ਰਿਸ਼ਟੀ ਵਿੱਚ। ਮੁਨ ਅਨੇਕਾਂ ਹੀ ਮੁਨੀ ਹਨ, ਅਨੇਕਾਂ ਹੀ ਰਤਨਾਂ ਦੇ ਭਰੇ ਹੋਏ ਸਮੁੰਦਰ ਹਨ ਵਾਹਿਗੁਰੂ ਦੀ ਸ੍ਰਿਸ਼ਟੀ ਵਿੱਚ। ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ। ਜਦੋਂ ਗਿਆਨ ਖੰਡ ਚ ਮਨੁੱਖ ਪਹੁੰਚਦਾ ਨਾ ਤੇ ਉਹਦੀ ਫਿਰ ਨੌਲੇਜ ਵੱਧਦੀ, ਉਹਦਾ ਗਿਆਨ ਵੱਧਦਾ ਹੈ। ਉਹਨੂੰ ਪਤਾ ਲੱਗਦਾ ਵੀ ਚਾਰ ਖਾਣੀਆਂ ਤੋਂ ਹੋਰ ਵੀ ਤਰੀਕੇ ਹਨ ਕਈ ਜੀਵਾਂ ਦੇ ਪੈਦਾ ਹੋਣ ਵਾਲੇ। ਉਹਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਆਮ ਸਧਾਰਨ ਮਨੁੱਖ ਨੂੰ ਤਾਂ ਕੁਝ ਵੀ ਪਤਾ ਨਹੀਂ, ਆਪਣੇ ਖਾਣ ਪੀਣ ਬਾਰੇ ਕਮਾਉਣ ਬਾਰੇ ਹੀ ਪਤਾ ਹੈ। ਜਦੋਂ ਗਿਆਨ ਖੰਡ ਚ ਪਹੁੰਚਦਾ, ਧਰਮ ਖੰਡ ਤੋਂ ਅੱਗੇ ਗਿਆਨ ਪ੍ਰਾਪਤ ਕਰਦਾ, ਫਿਰ ਉਹਨੂੰ ਸਮਝ ਆਉਂਦੀ ਕਿ ਅਨੇਕਾਂ ਖਾਣੀਆਂ ਜਿਨ੍ਹਾਂ ਤੋਂ ਜੀਵ ਪੈਦਾ ਹੁੰਦੇ ਹਨ, ਅਨੇਕਾਂ ਬਾਣੀਆਂ ਹਨ ਜਿਹੜੀਆਂ ਜੀਵ ਬੋਲਦੇ ਹਨ, ਬੋਲੀਆਂ ਹਨ ਅਨੇਕਾਂ ਪ੍ਰਕਾਰ ਦੀਆਂ। ਕੀਤੇ ਪਾਤ ਨਰਿੰਦ, ਕਿੰਨੇ ਹੀ ਪਾਤ ਇਸੇ ਪ੍ਰਕਾਰ ਪਾਤਸ਼ਾਹ ਹਨ। ਨਰਿੰਦ ਨਰ ਇੰਦ, ਨਰਾਂ ਦੇ ਰਾਜੇ ਭਾਵ ਦੁਨੀਆ ਦੇ ਰਾਜੇ ਹਨ, ਅਨੇਕਾਂ ਹੀ ਅਨੇਕਾਂ ਪਾਤਸ਼ਾਹ ਹਨ। ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਅਨੇਕਾਂ ਸੁਰਤੀਆਂ ਹਨ, ਅਨੇਕਾਂ ਸੇਵਕ ਹਨ। ਇਸੇ ਪ੍ਰਕਾਰ ਅਨੇਕਾਂ ਸੇਵਕ ਹਨ ਤੇ ਅਨੇਕਾਂ ਉਹਨਾਂ ਦੀਆਂ ਸੁਰਤੀਆਂ ਹਨ। ਨਾਨਕ ਅੰਤ ਨਾ ਅੰਤ, ਗੁਰੂ ਮਹਾਰਾਜ ਆਖਦੇ ਇਹਨਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ। ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ